ਪਿਆਰੇ ਵਿਦਿਆਰਥੀਓ, ਅੱਜ ਦਾ ਆਪਣਾ ਟੌਪਿਕ ਹੈ ਪਾਵਰ ਪੁਆਇੰਟ ਨਾਲ ਜਾਣ ਪਛਾਣ। ਇਸ ਦੇ ਵਿੱਚ ਅਸੀਂ ਅੱਜ ਪਾਵਰ ਪੁਆਇੰਟ ਦੇ ਬੇਸਿਕ ਫੀਚਰਸ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਸਭ ਤੋਂ ਪਹਿਲਾਂ ਪਾਵਰ ਪੁਆਇੰਟ ਦੀ ਪਰਿਭਾਸ਼ਾ ਜਾਂ ਫਿਰ ਪਾਵਰ ਪੁਆਇੰਟ ਕੀ ਹੁੰਦਾ ਹੈ। ਪਾਵਰ ਪੁਆਇੰਟ ਇੱਕ ਤਰ੍ਹਾਂ ਦਾ ਐਪਲੀਕੇਸ਼ਨ ਸੌਫਟਵੇਅਰ ਹੈ। ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਕੰਪਿਊਟਰ ਦੇ ਵਿੱਚ ਦੋ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਹਨ, ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ। ਤਾਂ ਪਾਵਰ ਪੁਆਇੰਟ ਜਿਹੜਾ ਹੈ ਉਹ ਇੱਕ ਐਪਲੀਕੇਸ਼ਨ ਸੌਫਟਵੇਅਰ ਦੀ ਕੈਟਾਗਰੀ ਵਿੱਚ ਆਉਂਦਾ ਹੈ। ਇਸ ਦੀ ਵਰਤੋਂ ਕਰਕੇ ਅਸੀਂ ਕੋਈ ਵੀ ਪ੍ਰੈਜੈਂਟੇਸ਼ਨ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ ਅਤੇ ਉਹਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਮੀਡੀਆ ਦੀ ਵਰਤੋਂ ਕਰਕੇ ਉਸ ਨੂੰ ਹੋਰ ਵੀ ਸੁੰਦਰ ਬਣਾ ਸਕਦੇ ਹਾਂ। ਜਿਹੜੇ ਆਮ ਵਰਤੇ ਜਾਂਦੇ ਪ੍ਰੈਜੈਂਟੇਸ਼ਨ ਸੌਫਟਵੇਅਰ ਹਨ, ਸਲਾਈਡ ਰੌਕੇਟ, ਓਪਨ ਆਫਿਸ, ਇੰਪ੍ਰੈਸ ਅਤੇ ਮਾਈਕਰੋਸਾਫਟ ਪਾਵਰ ਪੁਆਇੰਟ। ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਵਰਤਿਆ ਜਾਂਦਾ ਹੈ ਮਾਈਕਰੋਸਾਫਟ ਪਾਵਰ ਪੁਆਇੰਟ। ਪਾਵਰ ਪੁਆਇੰਟ ਦੀਆਂ ਜਿਹੜੀਆਂ ਨੇ ਬੱਚਿਓ ਟੂ ਟਰਮਸ ਆਉਂਦੀਆਂ ਨੇ। ਪਾਵਰ ਪੁਆਇੰਟ ਦੇ ਵਿੱਚ ਦੋ ਚੀਜ਼ਾਂ ਮੇਨ ਹੁੰਦੀਆਂ ਨੇ, ਸਲਾਈਡ ਅਤੇ ਪ੍ਰੈਜੈਂਟੇਸ਼ਨ। ਹੁਣ ਸਲਾਈਡ ਕੀ ਹੁੰਦੀ ਹੈ? ਸਲਾਈਡ ਇੱਕ ਫਿਲਮ, ਜਿਵੇਂ ਕਿ ਤੁਸੀਂ ਇੱਕ ਫਿਲਮ ਦੇਖਦੇ ਹੋ ਕਈ ਛੋਟੇ ਛੋਟੇ ਕਲਿੱਪਸ ਤੋਂ ਮਿਲ ਕੇ ਬਣਦੀ ਹੈ। ਸੇਮ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਕਈ ਸਲਾਈਡਾਂ ਮਿਲ ਕੇ ਪ੍ਰੈਜੈਂਟੇਸ਼ਨ ਨੂੰ ਬਣਾਉਂਦੀਆਂ ਨੇ। ਪ੍ਰੈਜੈਂਟੇਸ਼ਨ ਦੇ ਇਕੱਲੇ ਪੇਜ ਨੂੰ ਆਪਾਂ ਸਲਾਈਡ ਕਹਿ ਸਕਦੇ ਹਾਂ। ਦੂਸਰੀ ਟਰਮ ਆਉਂਦੀ ਹੈ ਪ੍ਰੈਜੈਂਟੇਸ਼ਨ। ਪ੍ਰੈਜੈਂਟੇਸ਼ਨ ਤੋਂ ਭਾਵ ਹੈ ਕਿ ਉਹਦੇ ਵਿੱਚ ਕਈ ਸਲਾਈਡਾਂ ਹੁੰਦੀਆਂ ਨੇ ਜੋ ਮਿਲ ਕੇ ਇੱਕ ਪ੍ਰੈਜੈਂਟੇਸ਼ਨ ਤਿਆਰ ਕਰਦੀਆਂ ਨੇ। ਪ੍ਰੈਜੈਂਟੇਸ਼ਨ ਦੇ ਵਿੱਚ ਅਸੀਂ ਪਿਕਚਰ, ਆਡੀਓ, ਵੀਡੀਓ ਕਿਸੇ ਵੀ ਤਰ੍ਹਾਂ ਦੇ ਮੀਡੀਆ ਦਾ ਪ੍ਰਯੋਗ ਕਰਕੇ ਇਸ ਨੂੰ ਆਕਰਸ਼ਕ ਬਣਾ ਸਕਦੇ ਹਾਂ। ਇੱਕ ਵਧੀਆ ਪ੍ਰੈਜੈਂਟੇਸ਼ਨ ਵਿੱਚ 10 ਤੋਂ 12 ਸਲਾਈਡਸ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਅਸੀਂ ਆਪਣੀ ਵਰਤੋਂ ਦੇ ਹਿਸਾਬ ਨਾਲ ਇਸ ਤੋਂ ਜ਼ਿਆਦਾ ਸਲਾਈਡਸ ਵੀ ਇਹਦੇ ਵਿੱਚ ਐਡ ਕਰ ਸਕਦੇ ਹਾਂ। ਹੁਣ ਬੱਚਿਓ ਪਾਵਰ ਪੁਆਇੰਟ ਨੂੰ ਸ਼ੁਰੂ ਕਿੱਦਾਂ ਕਰਨਾ ਹੈ? ਪਾਵਰ ਪੁਆਇੰਟ ਨੂੰ ਸ਼ੁਰੂ ਆਪਾਂ 3 ਤਰੀਕਿਆਂ ਨਾਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਕੀ ਹੈ, ਤੁਸੀਂ ਸਟਾਰਟ ਬਟਨ 'ਤੇ ਜਾਣਾ ਹੈ, ਫਿਰ ਸਰਚ ਬਾਕਸ ਦੇ ਦੁਆਰਾ ਕਰ ਸਕਦੇ ਹਾਂ। ਇਸ ਤੋਂ ਇਲਾਵਾ ਆਪਾਂ ਡੈਸਕਟਾਪ 'ਤੇ ਸ਼ਾਰਟਕਟ ਅਗਰ ਆਪਾਂ ਰੱਖਿਆ ਹੋਇਆ ਹੈ ਤਾਂ ਉਹਦੇ ਦੁਆਰਾ ਕਰ ਸਕਦੇ ਹਾਂ। ਸਟਾਰਟ ਬਟਨ ਦੇ ਉੱਪਰ ਤੁਸੀਂ ਪਾਵਰ ਪੁਆਇੰਟ ਸ਼ੁਰੂ ਕਿੱਦਾਂ ਕਰ ਸਕਦੇ ਹੋ? ਪਹਿਲਾਂ ਸਟਾਰਟ ਬਟਨ 'ਤੇ ਕਲਿੱਕ ਕਰਨਾ ਹੈ, ਫਿਰ ਆਲ ਪ੍ਰੋਗਰਾਮਸ 'ਤੇ ਜਾਣਾ ਹੈ, ਉਸ ਤੋਂ ਬਾਅਦ ਮਾਈਕਰੋਸਾਫਟ ਆਫਿਸ ਅਤੇ ਫਿਰ ਉਹਦੇ ਵਿੱਚੋਂ ਪਾਵਰ ਪੁਆਇੰਟ 'ਤੇ ਸਰਚ ਕਰ ਲੈਣਾ ਹੈ। ਨੈਕਸਟ ਹੈ ਤੁਹਾਡਾ ਸਰਚ ਬਾਕਸ ਰਾਹੀਂ। ਸਰਚ ਬਾਕਸ 'ਤੇ ਅਗਰ ਆਪਾਂ ਕਲਿੱਕ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਸਿਰਫ ਪਾਵਰ ਪੁਆਇੰਟ ਟਾਈਪ ਕਰਾਂਗੇ। ਟਾਈਪ ਕਰਨ ਤੋਂ ਬਾਅਦ ਆਪਾਂ ਐਂਟਰ ਕੀ ਦਬਾ ਦਿਆਂਗੇ ਤਾਂ ਸਾਡੇ ਸਾਹਮਣੇ ਜਿਹੜਾ ਹੈ ਪਾਵਰ ਪੁਆਇੰਟ ਦੀ ਵਿੰਡੋ ਓਪਨ ਹੋ ਜਾਏਗੀ। ਥਰਡ ਵਨ ਹੈ ਡੈਸਕਟਾਪ 'ਤੇ ਸ਼ਾਰਟਕਟ ਦੁਆਰਾ। ਅਗਰ ਸਾਡੇ ਕੋਲ ਪਾਵਰ ਪੁਆਇੰਟ ਦਾ ਸ਼ਾਰਟਕਟ ਡੈਸਕਟਾਪ 'ਤੇ ਪਿਆ ਹੋਇਆ ਹੈ ਤਾਂ ਅਸੀਂ ਉਸ 'ਤੇ ਮਾਊਸ ਦਾ ਕਲਿੱਕ ਕਰਕੇ ਉਸ ਨੂੰ ਖੋਲ੍ਹ ਸਕਦੇ ਹਾਂ। ਉਸ ਤੋਂ ਬਾਅਦ ਹੈ ਬੱਚਿਓ, ਅਗਰ ਤੁਹਾਡੇ ਕੋਲ ਕੋਈ ਪਹਿਲਾਂ ਪ੍ਰੈਜੈਂਟੇਸ਼ਨ ਬਣੀ ਹੋਈ ਹੈ ਉਸ ਨੂੰ ਖੋਲ੍ਹ ਵੀ ਸਕਦੇ ਹੋ। ਉਸ ਨੂੰ ਖੋਲ੍ਹਣਾ ਕਿੱਦਾਂ ਜਾ ਸਕਦਾ ਹੈ? ਫਾਈਲ ਮੈਨਿਊ 'ਤੇ ਜਾਓ, ਉਸ ਤੋਂ ਬਾਅਦ ਓਪਨ ਡਾਇਲੋਗ ਬਾਕਸ ਹੋ ਜਾਏਗਾ। ਉਸ ਤੋਂ ਬਾਅਦ ਜਿਹੜੀ ਵੀ ਫਾਈਲ ਤੁਸੀਂ ਖੋਲ੍ਹਣੀ ਚਾਹੁੰਦੇ ਹੋ ਉਹਨੂੰ ਸਿਲੈਕਟ ਕਰੋ। ਇਨ ਦਾ ਸੇਮ ਵੇ ਅਗਰ ਅਸੀਂ ਕੋਈ ਫਾਈਲ ਬਣਾਈ ਹੈ ਉਹਨੂੰ ਸੇਵ ਕਰਨਾ ਚਾਹੁੰਦੇ ਹਾਂ ਤਾਂ ਫਾਈਲ ਮੈਨਿਊ 'ਤੇ ਜਾਣਾ ਪਏਗਾ, ਸੇਵ ਕਰ ਸਕਦੇ ਹਾਂ, ਜਾਂ ਫਿਰ ਆਪਾਂ ਸ਼ਾਰਟਕਟ ਕੀ Ctrl+S ਵੀ ਵਰਤ ਸਕਦੇ ਹਾਂ। ਉਸ ਤੋਂ ਬਾਅਦ ਬੱਚਿਓ ਪਾਵਰ ਪੁਆਇੰਟ ਵਿੰਡੋ ਦੇ ਭਾਗ ਕਿਹੜੇ ਕਿਹੜੇ ਹੁੰਦੇ ਨੇ? ਪਾਵਰ ਪੁਆਇੰਟ ਵਿੰਡੋ ਦੇ ਵਿੱਚ ਫਾਈਲ ਮੀਨੂ ਬਾਰ ਟੈਬ, ਰਿਬਨ, ਸਲਾਈਡ ਪੇਨ, ਨੋਟ ਪੈਨ, ਸਟੇਟਸ ਬਾਰ ਅਤੇ ਸਲਾਈਡ ਟੈਬ ਹੁੰਦੇ ਹਨ। ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਫਾਈਲ ਮੀਨੂ ਇਹ ਸਾਰੀਆਂ ਹੀ ਮੋਸਟਲੀ ਐਪਲੀਕੇਸ਼ਨ ਦੇ ਵਿੱਚ ਕਾਮਨ ਹੁੰਦਾ ਹੈ। ਕੋਈ ਵੀ ਕੰਮ ਅਸੀਂ ਕਰਨਾ ਹੁੰਦਾ ਹੈ ਤਾਂ ਇਹਨਾਂ ਦੇ ਉੱਪਰ ਜਿਹੜੇ ਟੂਲਸ ਹੁੰਦੇ ਹਨ ਵੱਖਰੇ ਵੱਖਰੇ, ਉੱਥੋਂ ਸਿਲੈਕਟ ਕਰਕੇ ਅਸੀਂ ਕਰ ਸਕਦੇ ਹਾਂ। ਜਿੱਦਾਂ ਕਿ ਫਾਈਲ ਮੈਨਿਊ ਦੇ ਵਿੱਚ ਅਗਰ ਅਸੀਂ ਕੋਈ ਨਵੀਂ ਸਲਾਈਡ ਬਣਾਉਣੀ ਹੈ, ਕੋਈ ਸੇਵ ਕਰਨੀ ਹੈ, ਕਿਸੇ ਤਰ੍ਹਾਂ ਦੀ ਸਲਾਈਡ ਨੂੰ ਕਨਵਰਟ ਕਰਨਾ ਹੈ ਜਾਂ ਫਿਰ ਪ੍ਰਿੰਟ ਲੈਣਾ ਹੈ ਤਾਂ ਅਸੀਂ ਇੱਥੇ ਜਾ ਕੇ ਉਹ ਕੰਮ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜਾ ਕੁਇਕ ਐਕਸੈਸ ਟੂਲ ਬਾਰ ਹੈ, ਕੁਛ ਕੰਮ ਨੇ ਜਿਹੜੇ ਸ਼ਾਰਟਕਟ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ। ਕੁਇਕ ਐਕਸੈਸ ਸਾਨੂੰ ਉਹਨਾਂ ਕਮਾਂਡਸ ਨੂੰ ਵਧੀਆ ਤਰੀਕੇ ਨਾਲ ਦਿਖਾਉਂਦਾ ਹੈ ਜੋ ਸਿੱਧਾ ਕਲਿੱਕ ਕਰਨ ਨਾਲ ਹੀ ਓਪਨ ਹੋ ਜਾਂਦੀਆਂ ਹਨ। ਉਸ ਤੋਂ ਬਾਅਦ ਬੱਚਿਓ ਆਪਾਂ ਪ੍ਰੈਜੈਂਟੇਸ਼ਨ ਕਿੱਦਾਂ ਬਣਾਉਣੀ ਹੈ? ਪ੍ਰੈਜੈਂਟੇਸ਼ਨ ਨੂੰ ਆਪਾਂ ਹੇਠ ਲਿਖੇ ਤਰੀਕਿਆਂ ਨਾਲ ਬਣਾ ਸਕਦੇ ਹਾਂ। 5-6 ਤਰੀਕੇ ਹੁੰਦੇ ਹੈ, ਤੁਸੀਂ ਇਹਨਾਂ ਵਿੱਚੋਂ ਕੋਈ ਵੀ ਯੂਜ਼ ਕਰ ਸਕਦੇ ਹੋ। ਜੋ ਪਹਿਲਾ ਹੁੰਦਾ ਹੈ ਬਲੈਂਕ ਪ੍ਰੈਜੈਂਟੇਸ਼ਨ, ਨੈਕਸਟ ਹੁੰਦਾ ਹੈ ਰੀਸੈਟ ਟੈਂਪਲੇਟ, ਥਰਡ ਵਨ ਇਜ਼ ਸੈਂਪਲ ਟੈਂਪਲੇਟ, ਫੋਰਥ ਵਨ ਇਜ਼ ਥੀਮਸ ਔਰ ਫਿਫਥ ਇਜ਼ ਮਾਈ ਟੈਂਪਲੇਟ ਔਰ ਸਭ ਤੋਂ ਲਾਸਟ 'ਤੇ ਆਉਂਦਾ ਹੈ ਨਿਊ ਫਰੋਮ ਐਗਜ਼ਿਸਟਿੰਗ। ਅਗਰ ਸਾਡੇ ਕੋਲ ਪਹਿਲਾਂ ਹੀ ਕੋਈ ਐਗਜ਼ਿਸਟਿੰਗ ਫਾਈਲ ਹੈ ਤਾਂ ਅਸੀਂ ਉਹਦੇ ਤੋਂ ਵੀ ਦੁਬਾਰਾ ਉਹਨੂੰ ਐਡਿਟ ਕਰ ਸਕਦੇ ਹਾਂ।
ਹੁਣ ਅਸੀਂ ਬਲੈਂਕ ਪ੍ਰੈਜੈਂਟੇਸ਼ਨ ਕਿੱਦਾਂ ਬਣਾਉਣੀ ਹੈ ਅਤੇ ਇਹ ਕੀ ਹੁੰਦੀ ਹੈ। ਬਲੈਂਕ ਤੋਂ ਜਿੱਦਾਂ ਕਿ ਨਾਮ ਸਾਫ਼ ਹੈ, ਬਲੈਂਕ ਪ੍ਰੈਜੈਂਟੇਸ਼ਨ ਮਤਲਬ ਕਿ ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ, ਉਹਦੀ ਬੈਕਗਰਾਊਂਡ ਖਾਲੀ ਹੁੰਦੀ ਹੈ। ਔਰ ਖਾਲੀ ਪ੍ਰੈਜੈਂਟੇਸ਼ਨ ਦੇ ਵਿੱਚ ਅਸੀਂ ਆਪਦੀ ਮਰਜ਼ੀ ਦੇ ਅਕੋਰਡਿੰਗ ਟੈਕਸਟ, ਤਸਵੀਰਾਂ, ਚਾਰਟ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਗਰੀ, ਚੀਜ਼ਾਂ ਦਾਖਲ ਕਰ ਸਕਦੇ ਹਾਂ। ਪ੍ਰੈਜੈਂਟੇਸ਼ਨ ਨੂੰ ਬਲੈਂਕ ਪ੍ਰੈਜੈਂਟੇਸ਼ਨ ਕਿੱਦਾਂ ਬਣਾਉਣਾ ਹੈ। ਸਭ ਤੋਂ ਪਹਿਲਾਂ ਫਾਈਲ ਮੈਨਿਊ 'ਤੇ ਕਲਿੱਕ ਕਰੋ, ਫਿਰ ਨਿਊ 'ਤੇ ਕਲਿੱਕ ਕਰੋ। ਉਸ ਤੋਂ ਬਾਅਦ ਜਿਹੜੇ ਵੀ ਆਪਣੇ ਕੋਲ ਟੈਂਪਲੇਟਸ ਅਵੇਲੇਬਲ ਨੇ ਉਹਨਾਂ ਦੇ ਵਿੱਚੋਂ ਬਲੈਂਕ ਪ੍ਰੈਜੈਂਟੇਸ਼ਨ ਸਿਲੈਕਟ ਕਰੋ ਅਤੇ ਕਲਿੱਕ ਕਰੋ ਅਤੇ ਆਪਣੇ ਸਾਹਮਣੇ ਉਹ ਪ੍ਰੈਜੈਂਟੇਸ਼ਨ ਆ ਜਾਏਗੀ। ਜੋ ਸੈਕਿੰਡ ਮੈਥਡ ਸੀ ਰੀਸੈਟ ਟੈਂਪਲੇਟ, ਇਸ ਦੇ ਵਿੱਚ ਕੀ ਹੁੰਦਾ ਹੈ ਕਿ ਯੂਜ਼ਰ ਦੁਆਰਾ ਪਹਿਲਾਂ ਵਰਤੇ ਗਏ ਟੈਂਪਲੇਟਸ ਹੁੰਦੇ ਹਨ, ਅਸੀਂ ਇਹਨਾਂ ਨੂੰ ਵਰਤ ਕੇ ਵੀ ਆਪਣੀਆਂ ਫਾਈਲਾਂ ਨੂੰ ਬਣਾ ਸਕਦੇ ਹਾਂ। ਇਹ ਸੇਮ ਪ੍ਰੋਸੀਜਰ ਸੇਮ ਹੈ। ਬਲੈਂਕ ਪ੍ਰੈਜੈਂਟੇਸ਼ਨ ਜਿੱਦਾਂ ਅਸੀਂ ਓਪਨ ਕੀਤੀ ਸੀ ਉਹਦੇ ਦੁਆਰਾ ਹੀ ਰੀਸੈਟ ਟੈਂਪਲੇਟ ਵਾਲੀ ਵੀ ਓਪਨ ਹੋ ਜਾਏਗੀ। ਥਰਡ ਜਿਹੜਾ ਮੈਥਡ ਹੈ ਸੈਂਪਲ ਟੈਂਪਲੇਟਸ, ਅਸੀਂ ਪ੍ਰੈਜੈਂਟੇਸ਼ਨ ਨੂੰ ਇਹਨਾਂ ਫਾਈਲਾਂ ਦਾ ਇਸਤੇਮਾਲ ਕਰਕੇ ਬਣਾ ਸਕਦੇ ਹਾਂ। ਇੰਟਰਨੈੱਟ ਤੋਂ ਵੀ ਸਾਡੇ ਕੋਲ ਬਹੁਤ ਜ਼ਿਆਦੀਆਂ ਫਾਈਲਾਂ ਮੌਜੂਦ ਹੁੰਦੀਆਂ ਨੇ ਜਿਹੜੀਆਂ ਅਸੀਂ ਡਾਊਨਲੋਡ ਕਰ ਸਕਦੇ ਹਾਂ। ਪ੍ਰੈਜੈਂਟੇਸ਼ਨ ਨੂੰ ਸੈਂਪਲ ਟੈਂਪਲੇਟਸ ਦੇ ਜ਼ਰੀਏ ਬਣਾਉਣ ਦੇ ਸਟੈਪ ਤੁਸੀਂ ਦੇਖ ਰਹੇ ਹੋ। ਫਾਈਲ ਮੈਨਿਊ 'ਤੇ ਕਲਿੱਕ ਕਰੋ, ਉਸ ਤੋਂ ਬਾਅਦ ਨਿਊ ਆਪਸ਼ਨ ਨੂੰ ਚੁਣੋ, ਫਿਰ ਅਵੇਲੇਬਲ ਟੈਂਪਲੇਟਸ ਐਂਡ ਥੀਮਸ ਵਿੱਚ ਸੈਂਪਲ ਟੈਂਪਲੇਟ ਨੂੰ ਸਿਲੈਕਟ ਕਰ ਲਓ। ਉਸ ਤੋਂ ਬਾਅਦ ਜਿਹੜਾ ਵੀ ਤੁਸੀਂ ਸੈਂਪਲ ਸਿਲੈਕਟ ਕੀਤਾ ਹੈ ਉਹ ਤੁਹਾਡੇ ਸਾਹਮਣੇ ਅਪੀਅਰ ਹੋ ਜਾਏਗਾ ਅਤੇ ਉਸ ਤੋਂ ਬਾਅਦ ਤੁਸੀਂ ਅਗਲਾ ਕੰਮ ਇਹਦੇ 'ਤੇ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਥੀਮਸ ਬੱਚਿਓ ਪਹਿਲਾਂ ਤੋਂ ਹੀ ਬਣੇ ਹੋਏ ਰੰਗ, ਫੌਂਟ ਅਤੇ ਇਫੈਕਟ ਹੁੰਦੇ ਹਨ। ਇਹ ਪ੍ਰੋਫੈਸ਼ਨਲ ਜਿਹੜੀ ਪ੍ਰੈਜੈਂਟੇਸ਼ਨ ਹੁੰਦੀ ਹੈ ਡਿਜ਼ਾਈਨਿੰਗ ਕਰਨ ਵਾਸਤੇ ਕੰਮ ਆਉਂਦਾ ਹੈ। ਇਹਨੂੰ ਬਣਾਉਣ ਲਈ ਸਾਨੂੰ ਫਾਈਲ ਮੈਨਿਊ 'ਤੇ ਕਲਿੱਕ ਕਰਨਾ ਪਏਗਾ, ਉਸ ਤੋਂ ਬਾਅਦ ਸਾਨੂੰ ਨਿਊ ਨੂੰ ਸਿਲੈਕਟ ਕਰਨਾ ਪਏਗਾ ਅਤੇ ਮੈਥਡ ਸੇਮ ਹੈ। ਨੈਕਸਟ ਅਵੇਲੇਬਲ ਟੈਂਪਲੇਟਸ ਐਂਡ ਥੀਮਸ ਨੂੰ ਸਿਲੈਕਟ ਕਰਨਾ ਪਏਗਾ। ਨੈਕਸਟ ਹੈ ਮਾਈ ਟੈਂਪਲੇਟ, ਇਹਦੇ ਵਿੱਚ ਆਪਾਂ ਕੀ ਕਰਾਂਗੇ ਆਪਣੀਆਂ ਮਨਪਸੰਦ ਦੀਆਂ ਟੈਂਪਲੇਟਸ ਨੂੰ ਇਕੱਠਿਆਂ ਕਰਕੇ ਰੱਖ ਸਕਦੇ ਹਾਂ। ਸੇਮ ਮੈਥਡ ਹੈ, ਫਾਈਲ ਮੈਨਿਊ 'ਤੇ ਕਲਿੱਕ ਕਰੋ, ਨਿਊ ਨੂੰ ਚੁਣੋ, ਉਸ ਤੋਂ ਬਾਅਦ ਅਵੇਲੇਬਲ ਟੈਂਪਲੇਟਸ ਐਂਡ ਥੀਮਸ ਵਿੱਚ ਮਾਈ ਟੈਂਪਲੇਟ ਨੂੰ ਸਿਲੈਕਟ ਕਰੋ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਣਾ ਪਰਸਨਲ ਟੈਂਪਲੇਟ ਹੈ ਤਾਂ ਉਸ ਨੂੰ ਵੀ ਸਿਲੈਕਟ ਕਰ ਸਕਦੇ ਹੋ ਅਤੇ ਸਿਲੈਕਟ ਕਰਨ ਤੋਂ ਬਾਅਦ ਐਂਟਰ ਕੀ ਨੂੰ ਦਬਾ ਸਕਦੇ ਹੋ। ਜਿਹੜਾ ਲਾਸਟ ਵਨ ਹੈ ਪ੍ਰੈਜੈਂਟੇਸ਼ਨ ਨੂੰ ਨਿਊ ਫਰੋਮ ਐਗਜ਼ਿਸਟਿੰਗ ਦੁਆਰਾ ਬਣਾਉਣਾ, ਇਹਦਾ ਮਤਲਬ ਹੈ ਕਿ ਸਾਡੇ ਕੋਲ ਜੇ ਕੋਈ ਪਹਿਲਾਂ ਹੀ ਪ੍ਰੈਜੈਂਟੇਸ਼ਨ ਪਈ ਹੈ ਤਾਂ ਅਸੀਂ ਉਹਨੂੰ ਐਗਜ਼ਿਸਟਿੰਗ ਫਾਈਲ ਨੂੰ ਓਪਨ ਕਰਕੇ ਉਹਦੇ ਤੋਂ ਅਸੀਂ ਨਿਊ ਵਨ ਕ੍ਰੀਏਟ ਕਰ ਸਕਦੇ ਹਾਂ। ਇਹਦੇ ਮੈਥਡ ਵੀ ਇਹ ਸੇਮ ਨੇ। ਫਾਈਲ ਮੈਨਿਊ 'ਤੇ ਕਲਿੱਕ ਕਰੋ ਅਤੇ ਨਿਊ ਆਪਸ਼ਨ ਨੂੰ ਚੁਣੋ, ਉਸ ਤੋਂ ਬਾਅਦ ਅਵੇਲੇਬਲ ਟੈਂਪਲੇਟਸ ਐਂਡ ਥੀਮਸ ਵਿੱਚ ਨਿਊ ਫਰੋਮ ਐਗਜ਼ਿਸਟਿੰਗ ਨੂੰ ਚੁਣੋ। ਆਪਣੀ ਪਸੰਦ ਦਾ ਕੋਈ ਵੀ ਟੈਂਪਲੇਟ ਜੋ ਸਾਨੂੰ ਪਸੰਦ ਹੈ ਸਿਲੈਕਟ ਕਰ ਲਵਾਂਗੇ ਅਤੇ ਐਂਟਰ ਕੀ ਦਬਾ ਦਿਆਂਗੇ। ਉਸ ਤੋਂ ਬਾਅਦ ਹੈ ਬੱਚਿਓ ਨਵੀਂ ਸਲਾਈਡ ਆਪਾਂ ਕਿੱਦਾਂ ਦਾਖਲ ਕਰਨੀ ਹੈ। ਹੋਮ ਟੈਬ ਉੱਪਰ ਆਪਾਂ ਜਾਣਾ ਹੈ, ਸਲਾਈਡ ਗਰੁੱਪ ਦੇ ਵਿੱਚੋਂ ਨਵੀਂ ਸਲਾਈਡ 'ਤੇ ਕਲਿੱਕ ਕਰਨਾ ਹੈ। ਲੇਆਊਟ ਗੈਲਰੀ ਦੇ ਵਿੱਚ ਜਾ ਕੇ ਜਿਹੜੇ ਵੀ ਸਾਨੂੰ ਥੰਬਨੇਲ ਦਿਖਾਈ ਦੇਣਗੇ ਸਲਾਈਡ ਵਾਲੇ, ਉਹਨਾਂ ਵਿੱਚੋਂ ਜਿਹੜੀ ਵੀ ਆਪਾਂ ਲੈਣੀ ਹੈ ਸਿਲੈਕਟ ਕਰਕੇ ਕੀਬੋਰਡ ਦੀ Ctrl+M ਕੀ ਆਪਾਂ ਦਬਾ ਦਿਆਂਗੇ। ਨੈਕਸਟ ਹੈ ਬੱਚਿਓ ਸਲਾਈਡਸ ਆਪਾਂ ਲੈ ਲਈਆਂ ਨੇ, ਹੁਣ ਆਪਾਂ ਉਹਨਾਂ ਦੀ ਡਿਜ਼ਾਈਨਿੰਗ ਕਿੱਦਾਂ ਕਰਨੀ ਹੈ। ਲੇਆਊਟ ਅਤੇ ਆਟੋ ਸ਼ੇਪ ਦੀ ਵਰਤੋਂ। ਲੇਆਊਟ ਇੱਕ ਸਧਾਰਨ ਡਿਜ਼ਾਈਨ ਹੁੰਦਾ ਹੈ, ਇਹ ਸਾਨੂੰ ਸਲਾਈਡ 'ਤੇ ਆਪਣੇ ਆਬਜੈਕਟ ਦੀ ਸਥਿਤੀ ਨੂੰ ਦਰਸਾਉਂਦਾ ਹੈ। ਉਦਾਹਰਨ ਵਜੋਂ ਅਗਰ ਅਸੀਂ ਲੇਆਊਟ ਦੇ ਆਫਿਸ ਥੀਮ ਵਿੰਡੋ ਵਿੱਚੋਂ ਟਾਈਟਲ ਐਂਡ ਕੰਟੈਂਟ ਆਪਸ਼ਨ ਦੀ ਵਰਤੋਂ ਕਰਦੇ ਹਾਂ ਤਾਂ ਸਾਡੇ ਆਬਜੈਕਟ ਹੇਠ ਲਿਖੇ ਅਕੋਰਡਿੰਗ ਆ ਜਾਣਗੇ। ਟੇਬਲ, ਚਾਰਟ, ਕਲਿੱਪ ਆਰਟ, ਮੀਡੀਆ ਕਲਿੱਪ, ਸਮਾਰਟ ਆਰਟ ਔਰ ਤਸਵੀਰ ਜਾਂ ਪਿਕਚਰ। ਤਾਂ ਇਹਨਾਂ ਵਿੱਚੋਂ ਕੋਈ ਵੀ ਅਸੀਂ ਸਿਲੈਕਟ ਕਰਕੇ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹਨੂੰ ਹੋਰ ਵੀ ਇਫੈਕਟਿਵ ਅਤੇ ਬਿਊਟੀਫੁਲ ਬਣਾ ਸਕਦੇ ਹਾਂ। ਅੱਗੇ ਆਉਂਦਾ ਹੈ ਬੱਚਿਓ ਸਮਾਰਟ ਆਰਟ। ਸਮਾਰਟ ਆਰਟ ਅਸਲ ਦੇ ਵਿੱਚ ਕੀ ਹੁੰਦਾ ਹੈ, ਟੈਕਸਟ ਡਾਟਾ ਨੂੰ ਗ੍ਰਾਫਿਕਸ ਤਰੀਕੇ ਨਾਲ ਦਿਖਾਉਣਾ ਇਹਦੇ ਵਿੱਚ ਆਉਂਦਾ ਹੈ, ਜਿਵੇਂ ਕਿ ਆਰਗੇਨਾਈਜੇਸ਼ਨ ਚਾਰਟ ਹੋ ਗਏ, ਫਲੋ ਚਾਰਟ ਹੋ ਗਏ, ਵੈਨ ਡਾਇਗਰਾਮਸ ਜਾਂ ਫਿਰ ਪਿਰਾਮਿਡ। ਇਸ ਟੂਲ ਦੀ ਵਰਤੋਂ ਨਾਲ ਕੀ ਹੁੰਦਾ ਹੈ ਸਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹਦੀ ਦਿੱਖ ਹੋਰ ਵੀ ਵਧੀਆ ਬਣ ਜਾਂਦੀ ਹੈ। ਸਮਾਰਟ ਆਰਟ ਦੀਆਂ ਜਿਹੜੀਆਂ ਕਿਸਮਾਂ ਨੇ 8 ਤਰ੍ਹਾਂ ਦੀਆਂ ਹੁੰਦੀਆਂ ਨੇ ਮੇਨਲੀ। ਇਹਦੇ ਵਿੱਚ ਕਿਹੜੇ ਆਉਂਦੇ ਨੇ, ਲਿਸਟ ਆਉਂਦੀ ਹੈ, ਪ੍ਰੋਸੈਸ, ਸਾਈਕਲ, ਹੀਰਾਰਕੀ, ਰਿਲੇਸ਼ਨਸ਼ਿਪ, ਮੈਟ੍ਰਿਕਸ, ਪਿਰਾਮਿਡ ਅਤੇ ਪਿਕਚਰ। ਇਹਨਾਂ ਸਾਰਿਆਂ ਦੀ ਵਰਤੋਂ ਕਰਕੇ ਅਸੀਂ ਆਪਣੀ ਪ੍ਰੈਜੈਂਟੇਸ਼ਨ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ। ਅੱਗੇ ਪਿਆਰੇ ਬੱਚਿਓ ਵਰਡ ਆਰਟ ਹੈ। ਵਰਡ ਆਰਟ ਦੀ ਮਦਦ ਨਾਲ ਅਸੀਂ ਜਿਹੜਾ ਆਪਣਾ ਟੈਕਸਟ ਕੋਈ ਵੀ ਲਿਖਿਆ ਹੈ ਪ੍ਰੈਜੈਂਟੇਸ਼ਨ ਦੇ ਵਿੱਚ ਜਾਂ ਫਿਰ ਕਿਸੇ ਸਲਾਈਡ ਦੇ ਵਿੱਚ, ਉਹਨੂੰ ਅਸੀਂ ਕਈ ਤਰੀਕਿਆਂ ਨਾਲ ਦਿਖਾ ਸਕਦੇ ਹਾਂ। ਜਿਸ ਵਿੱਚ ਮੰਨ ਲਓ ਅਸੀਂ ਕਿਸੇ ਸ਼ਬਦ ਨੂੰ ਜਾਂ ਫੌਂਟ ਨੂੰ ਵੱਖਰੇ ਸਟਾਈਲ ਦੇ ਵਿੱਚ ਦਿਖਾਉਣਾ ਹੈ ਤਾਂ ਅਸੀਂ ਉਹ ਚੀਜ਼ ਵਰਡ ਆਰਟ ਦੀ ਮਦਦ ਨਾਲ ਕਰ ਸਕਦੇ ਹਾਂ।
ਵਰਡ ਆਰਟ ਨੂੰ ਕਿੱਦਾਂ ਵਰਤਿਆ ਜਾਂਦਾ ਹੈ। ਇਨਸਰਟ ਰਿਬਨ ਉੱਪਰ ਕਲਿੱਕ ਕਰੋ ਅਤੇ ਵਰਡ ਆਰਟ ਨੂੰ ਚੁਣੋ। ਆਪਣੀ ਪਸੰਦ ਦਾ ਸਟਾਈਲ ਚੁਣੋ ਅਤੇ ਓਕੇ 'ਤੇ ਕਲਿੱਕ ਕਰ ਦਿਓ। ਉਸ ਤੋਂ ਬਾਅਦ ਅਸੀਂ ਜਿਹੜਾ ਵੀ ਟੈਕਸਟ ਟਾਈਪ ਕਰਾਂਗੇ, ਜੋ ਅਸੀਂ ਸਟਾਈਲ ਸਿਲੈਕਟ ਕੀਤਾ ਹੈ, ਉਹ ਉਹਦੇ ਵਿੱਚ ਆਏਗਾ। ਉਸ ਤੋਂ ਬਾਅਦ ਬੱਚਿਓ ਪਾਵਰ ਪੁਆਇੰਟ ਦੇ ਵਿੱਚ ਜਿਹੜੀਆਂ ਵੀ ਅਸੀਂ ਸਲਾਈਡਾਂ ਬਣਾਉਂਦੇ ਹਾਂ, ਉਹਨੂੰ ਕਈ ਤਰੀਕਿਆਂ ਨਾਲ ਆਪਾਂ ਵੇਖ ਸਕਦੇ ਹਾਂ। ਇਸ ਨੂੰ ਕੀ ਕਿਹਾ ਜਾਂਦਾ ਹੈ, ਵਿਊ ਜਾਂ ਦ੍ਰਿਸ਼। ਤਾਂ ਅਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਕੋਈ ਵੀ ਵਿਊ ਸਿਲੈਕਟ ਕਰ ਸਕਦੇ ਹਾਂ। ਪਾਵਰ ਪੁਆਇੰਟ ਦੇ ਜੇ ਮੇਨਲੀ ਨੇ 5 ਤਰ੍ਹਾਂ ਦੇ ਵਿਊ ਹੁੰਦੇ ਨੇ। ਉਹ ਕਿਹੜੇ ਹੁੰਦੇ ਨੇ? ਨਾਰਮਲ ਵਿਊ, ਸਲਾਈਡ ਸੌਰਟਰ ਵਿਊ, ਨੋਟਸ ਪੇਜ ਵਿਊ, ਰੀਡਿੰਗ ਵਿਊ ਅਤੇ ਮਾਸਟਰ ਵਿਊ। ਬੱਚਿਓ ਜਿਹੜਾ ਨਾਰਮਲ ਵਿਊ ਹੁੰਦਾ ਹੈ, ਬਾਈ ਡਿਫੋਲਟ ਹੁੰਦਾ ਹੈ, ਮੇਨਲੀ ਹੁੰਦਾ ਹੈ। ਇਸ ਵਿੱਚ ਅਸੀਂ ਕੀ ਹੈ, ਸਲਾਈਡ ਨੂੰ ਸ਼ੋਅ ਕਰ ਸਕਦੇ ਹਾਂ ਅਤੇ ਐਡਿਟ ਕਰ ਸਕਦੇ ਹਾਂ। ਆਮ ਤੌਰ 'ਤੇ ਕੀ ਹੈ, ਨਾਰਮਲ ਵਿਊ ਦੇ ਵਿੱਚ ਖੱਬੇ ਪਾਸੇ ਸਲਾਈਡਾਂ, ਆਊਟਲਾਈਨਸ ਪੇਨ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਕੀ ਹੈ, ਸਲਾਈਡ ਨੂੰ ਚੁਣਨ ਲਈ ਕੀਤੀ ਜਾਂਦੀ ਹੈ। ਨੈਕਸਟ ਹੈ ਸਲਾਈਡ ਸੌਰਟਰ ਵਿਊ। ਇਹ ਉਹ ਵਿਊ ਹੁੰਦਾ ਹੈ ਜਿਸ ਵਿੱਚ ਸਾਰੀਆਂ ਜਿਹੜੀਆਂ ਸਲਾਈਡਾਂ ਨੇ ਛੋਟੇ ਰੂਮਸ ਮਤਲਬ ਥੰਬਨੇਲ ਦੇ ਵਿੱਚ ਦਿਖਾਈ ਦਿੰਦੀਆਂ ਨੇ ਅਤੇ ਆਪਾਂ ਆਪਦੀ ਅਕੋਰਡਿੰਗ ਇਸ ਸਲਾਈਡਾਂ ਨੂੰ ਤਰਤੀਬ ਦੇ ਵਿੱਚ ਲਗਾ ਸਕਦੇ ਹਾਂ। ਨੋਟਸ ਪੇਜ, ਇਸ ਵਿਊ ਦੇ ਵਿੱਚ ਕੀ ਹੁੰਦਾ ਹੈ, ਜਿਹੜੀ ਵੀ ਆਪਣੀ ਸਿਲੈਕਟਡ ਸਲਾਈਡ ਹੁੰਦੀ ਹੈ ਉੱਪਰਲੇ ਕੋਨੇ ਵਿੱਚ ਦਿਖਾਈ ਦੇਣ ਲੱਗਦੀ ਹੈ ਅਤੇ ਸਲਾਈਡ ਬਾਰੇ ਜਾਣਕਾਰੀ ਹੈ ਜਿਹੜੀ ਅਸੀਂ ਹੇਠਾਂ ਟਾਈਪ ਕਰ ਸਕਦੇ ਹਾਂ। ਰੀਡਿੰਗ ਵਿਊ, ਇਹ ਵਿਊ ਜਿਹੜਾ ਸਲਾਈਡ ਨੂੰ ਵਿੰਡੋ ਵਿੱਚ ਦਿਖਾਉਂਦਾ ਹੈ ਅਤੇ ਇਸ ਦੀ ਵਰਤੋਂ ਕੀ ਹੈ, ਪ੍ਰੂਫ ਰੀਡਿੰਗ ਵਾਸਤੇ ਮੇਨਲੀ ਕੀਤੀ ਜਾਂਦੀ ਹੈ। ਮਾਸਟਰ ਵਿਊ, ਇਸ ਵਿਊ ਦੇ ਵਿੱਚ ਸਲਾਈਡ ਹੈਡ ਆਊਟ ਨੋਟ ਵਿਊ ਹੁੰਦੇ ਹਨ ਅਤੇ ਇਹ ਮੁੱਖ ਸਲਾਈਡਾਂ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚ ਪ੍ਰੈਜੈਂਟੇਸ਼ਨ ਦੀ ਜਾਣਕਾਰੀ ਸਟੋਰ ਹੁੰਦੀ ਹੈ। ਇਹ ਯੂਨੀਵਰਸਲ ਸਟਾਈਲ ਹੈ ਜਿਸ ਵਿੱਚ ਅਸੀਂ ਹਰ ਸਲਾਈਡ ਦੀ ਨੋਟ ਪੇਜ, ਹੈਡ ਆਊਟ ਆਦਿ ਸੰਬੰਧੀ ਚੀਜ਼ਾਂ ਨੂੰ ਬਦਲ ਸਕਦੇ ਹਾਂ। ਬੱਚਿਓ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਿੱਖਿਆ ਕਿ ਪਾਵਰ ਪੁਆਇੰਟ ਕੀ ਹੁੰਦਾ ਹੈ, ਪਾਵਰ ਪੁਆਇੰਟ ਦੇ ਵਿੱਚ ਕਿਹੜੀਆਂ ਚੀਜ਼ਾਂ ਮੇਨ ਹੁੰਦੀਆਂ ਨੇ, ਅਸੀਂ ਉਹਨਾਂ ਨੂੰ ਕਿੱਦਾਂ ਬਣਾ ਸਕਦੇ ਹਾਂ, ਦੇਖ ਸਕਦੇ ਹਾਂ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ। ਹੁਣ ਪਾਵਰ ਪੁਆਇੰਟ ਬੰਦ ਕਿਵੇਂ ਕਰਨਾ ਹੈ, ਜਦੋਂ ਅਸੀਂ ਆਪਣਾ ਕੰਮ ਸੇਵ ਕਰ ਲਿਆ ਹੁੰਦਾ ਹੈ ਤਾਂ ਅਸੀਂ ਪਾਵਰ ਪੁਆਇੰਟ ਨੂੰ ਬੰਦ ਕਰ ਸਕਦੇ ਹਾਂ। ਪਾਵਰ ਪੁਆਇੰਟ ਨੂੰ ਬੰਦ ਕਰਨ ਦੇ ਵੀ ਸਟੈਪ ਹੇਠ ਲਿਖੇ ਅਨੁਸਾਰ ਨੇ। ਸਭ ਤੋਂ ਪਹਿਲਾਂ ਫਾਈਲ ਮੈਨੂ 'ਤੇ ਕਲਿੱਕ ਕਰੋ, ਕਲੋਜ਼ ਆਪਸ਼ਨ ਨੂੰ ਚੁਣੋ, ਟਾਈਟਲ ਬਾਰ ਦੇ ਕਲੋਜ਼ ਬਟਨ 'ਤੇ ਕਲਿੱਕ ਕਰੋ ਜੋ ਕਿ ਸੱਜੇ ਹੱਥ ਹੁੰਦਾ ਹੈ, ਜਾਂ ਫਿਰ Alt+F4 ਕੀ ਦਬਾਓ। ਉਮੀਦ ਹੈ ਸਾਰੇ ਵਿਦਿਆਰਥੀਆਂ ਨੂੰ ਇਹ ਵਾਲਾ ਟੌਪਿਕ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ ਅਤੇ ਬੱਚੇ ਪਾਵਰ ਪੁਆਇੰਟ ਦੇ ਵਿੱਚ ਆਪਣੇ ਅਕੋਰਡਿੰਗ ਸਲਾਈਡਸ ਬਣਾਉਣ ਦੇ ਅਤੇ ਪ੍ਰੈਜੈਂਟੇਸ਼ਨ ਬਣਾਉਣ ਦੇ ਕਾਮਯਾਬ ਹੋ ਪਾਉਣਗੇ। ਇਹਦੇ ਵਿੱਚ ਬੱਚਿਓ ਯਾਦ ਰੱਖਣ ਯੋਗ ਗੱਲਾਂ ਨੇ, ਪਾਵਰ ਪੁਆਇੰਟ ਕੀ ਹੈ, ਇੱਕ ਐਪਲੀਕੇਸ਼ਨ ਸੋਫਟਵੇਅਰ ਹੈ ਜਿਹਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ, ਪ੍ਰਭਾਵਸ਼ਾਲੀ ਪ੍ਰੈਜੈਂਟੇਸ਼ਨ ਤਿਆਰ ਕਰਨ ਲਈ। ਪ੍ਰੈਜੈਂਟੇਸ਼ਨ ਕੀ ਹੁੰਦੀ ਹੈ, ਐਕਚੁਅਲ ਦੇ ਵਿੱਚ ਕਈ ਸਲਾਈਡਾਂ ਨੂੰ ਮਿਲ ਕੇ ਬਣਦੀ ਹੈ। ਐਨੀਮੇਸ਼ਨ ਵੀ ਇੱਕ ਪਾਵਰ ਪੁਆਇੰਟ ਦੇ ਵਿੱਚ ਮੇਨ ਟੌਪਿਕ ਹੁੰਦਾ ਹੈ, ਜਿਹੜਾ ਕਿ ਆਪਾਂ ਕੋਈ ਵੀ ਸਲਾਈਡ ਬਣਾਉਂਦੇ ਹਾਂ ਤਾਂ ਉਹਨਾਂ ਨੂੰ ਗਤੀਸ਼ੀਲ ਕਰਦਾ ਹੈ, ਗਤੀਮਾਨ ਬਣਾਉਂਦਾ ਹੈ। ਪਾਵਰ ਪੁਆਇੰਟ ਵਿੱਚ ਸਮਾਰਟ ਆਰਟ ਦੀਆਂ ਕਿਸਮਾਂ 8 ਤਰ੍ਹਾਂ ਦੀਆਂ ਹੁੰਦੀਆਂ ਹਨ ਅਤੇ Ctrl+M ਕੀ ਦੀ ਵਰਤੋਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਨਵੀਆਂ ਸਲਾਈਡਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਉਮੀਦ ਹੈ ਕਿ ਸਾਰੇ ਬੱਚਿਆਂ ਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਅਤੇ ਬੱਚੇ ਵੀ ਆਪਣੇ ਵੱਲੋਂ ਇਸ ਪਾਠ ਦੀ ਚੰਗੀ ਤਰ੍ਹਾਂ ਦੁਹਰਾਈ ਕਰਨਗੇ। ਬੱਚਿਓ ਫਿਰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ।